ਅਗਲੀ ਗੱਲ ਕਰੀਏ, ਇੱਕ ਹੋਰ ਜਿਹੜੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ, ਔਰ ਮੇਰੇ ਖਿਆਲ ਦੇ ਨਾਲ ਸਕਾਰਾਤਮਕ ਚਰਚਾ ਉਸ ਮਾਮਲੇ 'ਚ ਘੱਟ ਹੋ ਰਹੀ ਹੈ, ਤੇ ਜਿਹੜੀ ਬਹਿਸ ਆ ਉਹ ਇੱਕ ਹੋਰ ਪਾਸੇ ਨੂੰ ਮੋੜੀ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਮਨਰੇਗਾ ਸਕੀਮ ਦਾ ਨਾਮ ਬਦਲਿਆ ਗਿਆ, ਉਸ ਸਕੀਮ ਦੇ ਨਾਂ ਦੇ ਨਾਲ ਲਾਇਆ ਗਿਆ ਜੀ ਰਾਮ ਜੀ। ਬਹਿਸ ਜਿਹੜੀ ਆ ਉਹ ਨਾਮ ਤੇ ਹੋਣੀ ਚਾਹੀਦੀ ਸ਼ਰਮਾ ਜੀ, ਜਿਵੇਂ ਹੋ ਰਹੀ ਹੈ, ਜਾਂ ਮਨਰੇਗਾ ਦੀਆਂ ਖਾਮੀਆਂ ਤੇ ਵੀ ਹੋਣੀ ਚਾਹੀਦੀ ਨਹੀਂ ਜੀ, ਨਾਮ ਬਦਲਣ ਦੀ ਪ੍ਰਕਿਰਿਆ 'ਚ ਜੀ। ਭਾਜਪਾ ਤੋਂ ਵੱਡਾ ਕੋਈ ਨਾਮ ਨਹੀਂ ਹੈਗਾ ਤੁਹਾਡੇ ਮੂਹਰੇ। ਸਹੀ ਆ। ਜਿਸ ਤਰ੍ਹਾਂ ਮੋਦੀ ਸਰਕਾਰ ਲਗਾਤਾਰ ਥਾਵਾਂ ਦੇ ਨਾਮ, ਸਥਾਨਾਂ ਦੇ ਨਾਮ, ਦਫ਼ਤਰਾਂ ਦੇ ਨਾਮ, ਬਿਲਡਿੰਗਾਂ ਦੇ ਨਾਮ, ਸਟੇਸ਼ਨਾਂ, ਬੱਸ ਅੱਡਿਆਂ ਦੇ ਨਾਮ, ਜੀ, ਇਹਨਾਂ ਯੋਜਨਾਵਾਂ ਦੇ ਨਾਮ ਬਦਲਣ ਤੇ ਲੱਗੀ ਹੈ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸ਼ੰਕਾ ਸ਼ੋਭੇ ਪੈਦਾ ਹੁੰਦੇ ਨੇ। ਇੱਕ ਤਾਂ ਇਹ ਸੀਗਾ ਕਿ ਪਹਿਲੇ ਨਾਮ ਲਗਭਗ ਅੰਗਰੇਜ਼ੀ ਤਰੀਕਾਕਾਰ ਨਾਲ ਹੁੰਦੇ ਸੀ। ਉਹ ਸਾਰੇ ਸੂਬੇ ਚੁੱਪ ਕਰਕੇ ਜਿਹਨੂੰ ਖਪਾ ਲੈਂਦੇ ਸੀ ਕਿ ਠੀਕ ਹੈ ਵੀ ਉਹਦਾ ਆਪਣਾ ਆਪਣਾ ਪੰਜਾਬੀਕਰਨ, ਆਪਣਾ ਆਪਣਾ ਸੂਬੇ ਦੀ ਭਾਸ਼ਾਈਕਰਨ ਹੋ ਜਾਂਦਾ ਸੀ। ਹੁਣ ਸਾਰੇ ਨਾਮ ਲਗਭਗ ਹਿੰਦੀਕਰਨ ਵਾਲੇ ਹੋ ਕੇ ਆ ਰਹੇ ਨੇ ਪੂਰਨ ਰੂਪ ਦੇ ਵਿੱਚ। ਉਹਨੂੰ ਲੈ ਕੇ ਫਿਰ ਉਹ ਹੁਣ ਉਹੀ ਜਿਹੀ ਆਯੁਸ਼ਮਾਨ ਯੋਜਨਾ ਹੈ ਨਾ, ਫਿਰ ਇਹੋ ਜਿਹੇ ਨਾਮ ਜਿਹੜੇ ਆਉਂਦੇ ਨੇ, ਹੁਣ ਉਹਦਾ ਨਾ ਪੰਜਾਬੀਕਰਨ ਹੋਵੇ ਨੇ ਤੇ ਨਾ ਹੋਰ ਕਰਨ ਹੋਵੇ, ਤੇ ਉਹ ਫਿਰ ਉਵੇਂ ਚੱਲਦੇ ਨੇ। ਇਹ 22 ਭਾਸ਼ਾਵਾਂ ਦੇ ਵਿੱਚ ਹਿੰਦੀ ਵੀ ਇੱਕ ਭਾਸ਼ਾ ਹੈ, ਤੇ ਤੁਸੀਂ ਕੱਲੀ ਉਸ ਨੂੰ ਜਿਸ ਤਰ੍ਹਾਂ ਰਾਸ਼ਟਰੀ ਭਾਸ਼ਾ ਧੱਕੇ ਨਾਲ ਲੰਨ ਫਿਰਦੇ ਹੋ, ਇਹਦੇ ਨਾਲ ਸੂਬਿਆਂ ਦੇ ਵਿੱਚ ਵਿਗਾੜ ਦੀ ਸਥਿਤੀ ਪੈਦਾ ਹੋ ਰਹੀ ਹੈ। ਸਹੀ ਹੈ। ਤੁਸੀਂ ਦਰੁਸਤ ਕਰਨ ਦੀ ਬਜਾਏ ਨਵੇਂ ਤਣਾਅ ਪੈਦਾ ਕਰਦੇ ਹੋ। ਹੁਣ ਇਹਦਾ ਵੀ ਤਾਂ ਹਿੰਦੀਕਰਨ ਹੋਇਆ ਨਾ, ਹੁਣ ਹੋ ਗਿਆ ਜੀ ਇਹ ਵਿਕਸਿਤ ਭਾਰਤ ਗਰੰਟੀ ਰੁਜ਼ਗਾਰ ਔਰ ਆਜੀਵਿਕਾ ਮਿਸ਼ਨ ਗ੍ਰਾਮੀਣ, ਹੈ ਨਾ, ਇਹ ਬਿੱਲ ਦਾ ਨਾਂ ਹੈ ਜੀ। ਹੁਣ ਇਹਦੇ ਵਿੱਚੋਂ ਵਿਕਸਿਤ ਭਾਰਤ ਵੀ ਤੇ ਅੱਗੇ ਜੀ ਮਤਲਬ ਕਿ ਹੈ ਨਾ ਗਰੰਟੀ ਰੁਜ਼ਗਾਰ ਔਰ ਆਜੀਵਿਕਾ, ਇਹਦਾ ਬਣ ਗਿਆ ਜੀ ਮਤਲਬ ਜੀ ਰਾਮ ਜੀ। ਜੀ ਅੱਛਾ। ਸੋ ਇਸ ਤਰੀਕੇ ਨਾਲ ਭਾਰਤ ਵੀ ਜੀ ਰਾਮ ਜੀ। ਨਰੇਗਾ ਤੋਂ ਮਨਰੇਗਾ, ਮਤਲਬ ਉਹਦੇ ਨਾਲ ਮਹਾਤਮਾ ਗਾਂਧੀ ਦਾ ਨਾਂ ਜੋੜਿਆ ਇਹਨਾਂ ਨੇ, ਕਾਂਗਰਸ ਨੇ, ਤੇ ਫਿਰ ਇਹ ਕੁਝ ਜ਼ਿਲ੍ਹਿਆਂ ਤੋਂ ਹੁੰਦਿਆਂ ਹੋਇਆਂ ਪੂਰੇ ਮੁਲਕ 'ਚ ਲਾਗੂ ਹੋਈ। ਔਰ ਉਸ ਸਮੇਂ ਇਹ ਦਮ ਭਰ ਕੇ ਲਾਗੂ ਕੀਤੀ ਗਈ ਕਿ 100 ਦਿਨ ਦਾ ਰੁਜ਼ਗਾਰ ਘਰ ਦੇ ਨੇੜੇ, ਉਮਰ ਦਾ ਕੋਈ ਪੈਮਾਨਾ ਨਹੀਂ, ਸਕਿੱਲ ਲੇਬਰ ਦੀ ਲੋੜ ਨਹੀਂ, ਜਿਹੜਾ ਬੰਦਾ ਸਰੀਰਕ ਮਿਹਨਤ ਕਰਨਾ ਚਾਹੁੰਦਾ ਹੈ ਉਹਦੇ ਲਈ ਇਹ ਮਜ਼ਦੂਰੀ। ਤੇ ਉਹਦੇ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਮੁਫਤ ਰਾਹੀਂ ਨਹੀਂ, ਤੁਹਾਡੇ ਸਵੈਮਾਨ ਰਾਹੀਂ ਤੁਹਾਨੂੰ ਇੱਜ਼ਤ ਦੀ ਰੋਟੀ ਦੇਣ ਦੀ ਇਹ ਕਵਾਇਦ ਹੈ। ਬੇਸ਼ੱਕ ਉਸ ਸਮੇਂ ਬਾਰ-ਬਾਰ ਸਵਾਲ ਉੱਠੇ ਕਿ ਬੰਦੇ ਦੇ ਢਿੱਡ ਦਾ 365 ਦਿਨ ਰਹਿੰਦਾ ਹੈ, ਭੁੱਖ ਤਾਂ ਉਹਨੂੰ ਹਰ ਰੋਜ਼ ਲੱਗਦੀ ਹੈ, 100 ਦਿਨ ਦੇ ਰੁਜ਼ਗਾਰ ਦਾ ਮਤਲਬ। ਪਰ ਮੌਜੂਦਾ ਸਰਕਾਰ ਤੱਕ ਆਉਂਦਿਆਂ ਜਿਵੇਂ ਨਾਮ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ ਉਹਨਾਂ ਨੇ ਇਹਦਾ ਨਾਮ ਬਦਲਿਆ ਜੀ, ਤੇ ਬਹਿਸ ਛਿੜ ਗਈ ਕਿ ਤੁਸੀਂ ਜੀ ਗਾਂਧੀ ਦਾ ਨਾਂ ਹਟਾ ਕੇ ਜੀ ਰਾਮ ਜੀ ਦਾ ਨਾਂ ਇਸ ਲਈ ਲਾ ਰਹੇ ਹੋ ਕਿ ਰਾਮ ਜੀ ਦੇ ਨਾਂ ਤੇ ਸ਼ਾਇਦ ਕੋਈ ਸਵਾਲ ਨਹੀਂ ਕਰੂਗਾ, ਤੇ ਗਾਂਧੀ ਦਾ ਨਾਂ ਨਾਲ ਸਾਨੂੰ ਚਿੜਾ ਜੀ, ਅਸੀਂ ਹਟਾਉਣਾ। ਤੇ ਜਿਹੜਾ ਕੋਈ ਰਾਮ ਜੀ ਦੇ ਨਾਂ ਤੇ ਬੋਲੂਗਾ ਫਿਰ ਅਸੀਂ ਉਹਨੂੰ ਕਹਾਂਗੇ ਜੀ ਕਿ ਇਹ ਤਾਂ ਦੇਖੋ ਜੀ ਧਰਮ ਵਿਰੋਧੀ ਹੈ ਜੀ, ਇਹ ਤਾਂ ਦੇਸ਼ ਵਿਰੋਧੀ ਹੈ ਜੀ, ਹੈ ਨਾ। ਇਸ ਲਈ ਫਿਰ ਉਹ ਜਿਹੜੇ ਰਾਮ ਜੀ ਦੇ ਭਗਤ ਹੋਣ ਉਹ ਸਾਰੇ ਸਾਡੇ ਪਾਲੇ ਚ ਆ ਜਾਣ। ਇਸ ਨੂੰ ਵੋਟ ਸਿਆਸਤ ਵਜੋਂ ਵੀ ਦੇਖਿਆ ਜਾਣ ਲੱਗ ਪਿਆ ਕਿ ਇਸ ਤਰੀਕਾ ਕਰਨਾ ਨਾਮ ਬਦਲਿਆ। ਹੁਣ ਜਦੋਂ ਨਾਮ ਤੇ ਤੁਸੀਂ ਬੈਸੋਗੇ ਤੇ ਫਿਰ ਉਹ ਜਿਹੜੀ ਯੋਜਨਾ ਹੈ, ਜਿਹੜਾ ਬਿੱਲ ਲਿਆਂਦਾ ਕੱਲ ਸੰਸਦ ਦੇ ਵਿੱਚ ਜੀ, ਉਸ ਬਿੱਲ ਦੀਆਂ ਖਾਮੀਆਂ, ਨਾਕਾਮੀਆਂ, ਉਹਦੇ ਵਿੱਚ ਚਤਰਾਈਆਂ ਜਿਹੜੀਆਂ ਨੇ, ਉਹਦੇ ਤੇ ਚਰਚਾ ਹੀ ਨਹੀਂ ਹੋਣੀ ਕਿਤੇ। ਠੀਕ ਹੈ, ਕੁਝ ਨੇ ਗੱਲ ਰੱਖੀ, ਕੁਝ ਉੱਥੇ ਸੰਸਦ ਚ ਚਾਹੇ ਉਹ ਪ੍ਰਿਯੰਕਾ ਗਾਂਧੀ, ਇੱਥੋਂ ਤੱਕ ਸ਼ਸ਼ੀ ਥਰੂਰ ਨੇ ਦਾ ਵਿਰੋਧ ਕੀਤਾ ਕਿ ਤੁਸੀਂ ਰਾਮ ਜੀ ਦੀ ਆੜ ਲੈਂਦੇ ਹੋ, ਤੁਸੀਂ ਰਾਮ ਜੀ ਨੂੰ ਢਾਲ ਵਾਂਗ ਵਰਤਦੇ ਹੋ, ਹਥਿਆਰ ਵਾਂਗ ਵਰਤਦੇ ਹੋ, ਹੈ ਨਾ, ਤੇ ਇਸ ਤਰੀਕਾ ਕਰਨਾ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ। ਹਾਂ, ਇਸ ਨਵੇਂ ਤਰੀਕਾਕਾਰ ਜੀ ਰਾਮ ਜੀ ਦੇ ਰਾਹੀਂ ਵੀ ਇਹ ਦਮ ਪਰ ਹੈਗਾ ਕਿ ਇਹ ਅਸੀਂ 100 ਦਿਨ ਤੋਂ ਵਧਾ ਕੇ 125 ਦਿਨ ਕਰ ਦੇਣਾ। ਇਸੇ ਸੰਸਦ ਚ ਦਾਖਲ ਹੁੰਦਿਆਂ ਕਿਸੇ ਸਮੇਂ ਨਰਿੰਦਰ ਮੋਦੀ ਨੇ ਇਸ ਮਨਰੇਗਾ ਨੂੰ ਕਿਹਾ ਸੀ ਕਿ ਕਾਂਗਰਸੀਆਂ ਨੇ ਤਾਂ ਇਹ ਟੋਆ ਪੁੱਟਣ ਵਾਲੀ ਯੋਜਨਾ ਬਣਾ ਕੇ ਰੱਖਤੀ। ਸਹੀ ਫਾਇਦਾ ਜੀ ਜੀ, ਬਿਲਕੁਲ ਬਿਲਕੁਲ। ਇਹਦਾ ਮਤਲਬ ਤੁਹਾਡੇ ਮਨ 'ਚ ਇਸ ਯੋਜਨਾ ਨੂੰ ਖਤਮ ਕਰਨ ਦੀ ਮਨਸ਼ਾ ਹੈ, ਤੇ ਤੁਸੀਂ ਦਰਸਾ ਰਹੇ ਹੋ ਕਿ ਅਸੀਂ ਤਾਂ ਜੀ ਵਧਾ ਕੇ ਲਿਆ 125 ਦਿਨਾਂ ਦੀ, ਜਦੋਂ ਕਿ ਸੱਚਾਈ ਇਹ ਨਹੀਂ ਹੈ। ਜੀ ਜੀ, ਇਹਨਾਂ ਦੀਆਂ ਸਰਕਾਰਾਂ 'ਚ ਹੁਣ ਤਾਂ ਲਗਾਤਾਰ ਮੋਦੀ ਦਾ ਰਾਜ ਚੱਲ ਰਿਹਾ, ਲਗਾਤਾਰ ਭਾਜਪਾ ਰਾਜ ਕਰ ਰਹੀ ਹੈ। ਇਹਨਾਂ ਦੇ ਰਾਜ ਦੇ ਵਿੱਚ ਦੇਸ਼ ਦੇ ਵਿੱਚ 42 ਦਿਨਾਂ ਦੀ ਐਵਰੇਜ ਹੈ ਮਨਰੇਗਾ ਤਹਿਤ ਕੰਮ ਮਿਲਣ ਦੀ ਜੀ, ਤੇ ਪੰਜਾਬ ਦੇ ਵਿੱਚ ਇਹ ਐਵਰੇਜ 38 ਦਿਨਾਂ ਦੀ ਹੈ। ਪਿਛਲੇ ਮਹੀਨਿਆਂ 'ਚ ਤਾਂ 25-26 ਦੀ ਵੀ ਰਹਿ ਗਈ ਸੀ। 38 ਦਿਨਾਂ ਦੀ ਹੈ ਪੰਜਾਬ ਦੇ ਵਿੱਚ ਜੀ।
ਤੇ ਇੱਥੋਂ ਦਾ ਲਾ ਲਓ ਫਿਰ 100 ਦਿਨ ਵਾਲੀ ਤੇ 125 ਦਿਨਾਂ ਵਾਲੇ ਦਾ ਅਰਥ ਕੀ ਹੈ। ਫਿਰ ਜੇ ਤੁਸੀਂ 125 ਦਿਨਾਂ ਦੀ ਦੇਣੀ ਹੈ ਤਾਂ ਤੁਹਾਡੇ ਕੋਲ ਅੰਕੜੇ ਪਏ ਆ ਕਿ ਵੀ ਇੰਨੇ ਲੱਖ ਇਸ ਸੂਬੇ ਦੇ ਵਿੱਚ ਮਨਰੇਗਾ ਤਹਿਤ ਨਾਮ ਦਰਜ ਹੁੰਦੇ ਰਹੇ ਨੇ, ਇੰਨੇ ਤਹਿਤ ਉਹ ਚ 5% 10% ਵਧਾ ਕੇ ਤੁਸੀਂ ਜੇ ਕਰੋ ਤਾਂ 125 ਦਿਨਾਂ ਦੇ ਹਿਸਾਬ ਨਾਲ ਬਜਟ ਰੱਖ ਲਓ ਜੀ। ਸਹੀ ਬਜਟ ਤੁਹਾਡਾ 50 ਦਿਨਾਂ ਦਾ ਨਹੀਂ, ਗੱਲਾਂ ਤੁਸੀਂ 125 ਦਿਨਾਂ ਦੀਆਂ ਕਰਦੇ ਹੋ। ਬਜਟ ਕਿੱਥੇ ਉਹਦੇ ਲਈ? ਫਿਰ ਅੱਗੇ ਇੱਕ ਪ੍ਰਕਿਰਿਆ ਸੀ ਕਿ ਬਈ ਥੱਲਿਓਂ ਪੰਚਾਇਤ ਆਪਣੇ ਪਿੰਡ ਦੇ ਹਵਾਲੇ ਨਾਲ ਲਿਖ ਕੇ ਦੇਊਗੀ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਹੋ ਕੇ ਇਹ ਵਿਧਾਨ ਸਭਾ ਦੇ ਹਵਾਲੇ ਨਾਲ ਆ ਜਾਊਗਾ ਕਿ ਇਸ ਵਿਧਾਨ ਸਭਾ ਨੂੰ ਇੰਨਾ ਬਜਟ ਚਾਹੀਦਾ। 117 ਵਿਧਾਨ ਸਭਾ ਦੇ ਬਜਟ ਦੇ ਹਵਾਲੇ ਨਾਲ ਪੰਜਾਬ ਸਰਕਾਰ ਕੇਂਦਰ ਨੂੰ ਦੱਸਦੀ ਹੈ ਕਿ ਸਾਨੂੰ ਇੰਨੇ ਬਜਟ ਦੀ ਲੋੜ ਹੈ ਜੀ। ਫਿਰ ਉਹਦੇ ਵਿੱਚੋਂ ਉਹ ਰਿਲੀਜ਼ ਕੀਤਾ ਜਾਂਦਾ ਬਜਟ। ਹੁਣ ਬਿਲਕੁਲ ਖਤਮ ਹੈ ਜੀ, ਨਾ ਪੰਚਾਇਤ ਨੂੰ ਪੁੱਛਣਾ, ਨਾ ਵਿਧਾਨ ਸਭਾ ਨੂੰ ਪੁੱਛਣਾ ਤੇ ਨਾ ਸੂਬੇ ਦੀ ਸਰਕਾਰ ਨੂੰ ਪੁੱਛਣਾ। ਕੇਂਦਰ ਤੈਅ ਕਰੂਗਾ ਜੀ ਕਿਹੜੇ ਸੂਬੇ ਨੂੰ ਕਿੰਨਾ ਬਜਟ ਦੇਣਾ। ਇਹ ਕੇਂਦਰੀਕਰਨ ਹੈ ਜਨਾਬ। ਇਹਨੂੰ ਕੇਂਦਰੀਕਰਨ ਕਹਿੰਦੇ ਨੇ ਕਿ ਜਿੱਥੇ ਡਬਲ ਇੰਜਨ ਸਰਕਾਰ ਉੱਥੇ ਤੁਸੀਂ ਕਹੋਗੇ ਵੱਧ ਦੇਵਾਂਗੇ, ਜਿੱਥੇ ਨਹੀਂ ਉੱਥੇ ਦੇ ਲੋਕਾਂ ਨੂੰ ਕਹੋਗੇ ਜੇ ਰੁਜ਼ਗਾਰ ਲੈਣਾ ਸਾਡੀ ਸਰਕਾਰ ਬਣਾਓ, ਫਿਰ 4% ਦੇਵਾਂਗੇ। ਸੋ ਕੀ ਇਹੋ ਤਰੀਕਾਕਾਰ ਹੈ? ਦੂਸਰਾ, ਇਹ ਬੜੀ ਤਰੀਕਾਕਾਰ ਨਾਲ ਯੋਜਨਾ ਮਾਰਨ ਵੱਲ ਵਧਾਈ ਗਈ ਹੈ। ਠੀਕ ਹੈ। ਤੁਸੀਂ ਝਾਤ ਮਾਰ ਕੇ ਦੇਖੋ ਕਿ ਜਿਹੜੀਆਂ ਯੋਜਨਾਵਾਂ ਫੁੱਲੀ ਇੱਕ ਕੰਟਰੋਲ 'ਚ ਰਹੀਆਂ, ਮੰਨ ਲਓ ਆਪਾਂ ਕਹਿ ਰਹੇ ਹਾਂ ਕਿ ਸੈਂਟਰਲਾਈਜ਼ ਯੋਜਨਾ ਪਹਿਲਾਂ ਹੀ ਮਨਰੇਗਾ ਸੈਂਟਰਲਾਈਜ਼ ਯੋਜਨਾ, ਪਰ ਤੁਸੀਂ ਇਹਦਾ ਤਰੀਕਾਕਾਰ ਬਦਲ ਕੇ ਸੂਬਿਆਂ ਨੂੰ ਇਹਦੇ ਵਿੱਚ ਇੱਕ ਪਾਸੇ ਬਾਹਰ ਕਰ ਰਹੇ ਹੋ ਕਿ ਤੁਹਾਨੂੰ ਬਜਟ ਤੈਅ ਕਰਨ ਦਾ, ਤੁਹਾਨੂੰ ਤਜਵੀਜ਼ ਭੇਜਣ ਦਾ ਹੱਕ ਨਹੀਂ ਜੀ। ਦੂਏ ਪਾਸੇ ਫਾਈਨਾਂਸ ਦੇ ਵਿੱਚ ਤੁਸੀਂ ਸੂਬਿਆਂ ਨੂੰ ਇਨਵੋਲਵ ਕਰ ਰਹੇ ਹੋ। ਬੜਾ ਚਾਤਰਨ ਤਰੀਕਾ। ਜਿਹੜੀਆਂ ਯੋਜਨਾਵਾਂ ਦੇ ਵਿੱਚ ਏਦਾਂ ਹੋਇਆ ਕਿ ਅੱਧਾ ਕੇਂਦਰ ਪਾਊ ਅੱਧਾ ਸੂਬਾ ਪਾਊ, ਯੋਜਨਾਵਾਂ ਦਮ ਤੋੜ ਗਈਆਂ। ਕਿਉਂਕਿ ਅੱਜ ਸੂਬਿਆਂ ਦੀ ਸਥਿਤੀ, ਜੇ ਮੈਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਾਂ, ਪੰਜਾਬ ਦੀ ਸਥਿਤੀ ਕਹੀ ਜੀ ਹੈ ਜੀ। 4.25 ਲੱਖ ਕਰੋੜ ਦਾ ਸਾਡਾ ਕਰਜ਼ਾ ਜਾ ਢੁਕਿਆ। ਐਸ਼ ਆਰਾਮ ਦੇ ਵਿੱਚ ਸਰਕਾਰਾਂ ਪੈਸਾ ਖਰਚ ਕਰ ਰਹੀਆਂ, ਵਰਕਰਾਂ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹ ਨਹੀਂ, ਫਿਰ ਉਹ ਮਨਰੇਗਾ ਵਰਗੀ ਯੋਜਨਾ ਲਈ ਕਿੱਥੋਂ ਪੈਸਾ ਕੱਢੂ। ਵਿਜੇ ਜੀ ਹੁਣ ਆਪਣਾ ਪ੍ਰਵੀਨ ਜੀ, ਹੁਣ ਤੱਕ ਇਹ ਪ੍ਰਕਿਰਿਆ ਚੱਲਦੀ ਸੀ ਕਿ ਜਿਹੜੀ ਤਾਂ ਮਜ਼ਦੂਰਾਂ ਨੂੰ ਦਿਹਾੜੀ ਦੇਣੀ ਹੈ ਜੀ, ਜਿਹੜੀ ਮਜ਼ਦੂਰ ਕੰਮ ਕਰਨਗੇ ਉੱਥੇ, ਜਿਹੜੇ ਸਕਿਲਡ ਲੇਬਰ ਨਹੀਂ ਹੈ, ਕਿਸੇ ਚੀਜ਼ ਦੀ ਮਾਹਰ ਲੇਬਰ ਨਹੀਂ ਹੈ, ਉਹਨਾਂ ਨੂੰ ਜਿਹੜੇ ਪੈਸੇ ਮਿਲਣੇ ਆ ਉਹ 100% ਕੇਂਦਰ ਨੇ ਪਾਉਣੇ ਆ ਜੀ। ਜਿਹੜਾ ਕੰਮ ਕਰਦਿਆਂ ਹੋਇਆਂ ਸਮਾਨ ਚਾਹੀਦਾ ਹੈ ਨਾ, ਉਹਦੇ ਵਿੱਚ ਇੱਟਾਂ ਲੱਗਦੀਆਂ, ਟਾਈਲਾਂ ਲੱਗਦੀਆਂ, ਰੇਤਾ ਬਜਰੀ ਸੀਮੈਂਟ ਸਰੀਆ ਕੁਝ ਵੀ ਚਾਹੀਦਾ, ਉਹ ਸਮਾਨ ਦਾ 75-25 ਸੀ ਰੇਸ਼ੋ ਜੀ। ਤੇ ਪਲੱਸ ਸਕਿਲਡ ਲੇਬਰ, ਜੇ ਸਕਿਲਡ ਲੇਬਰ ਵੀ ਹੈ ਤਾਂ ਉਹਦੇ ਵਿੱਚ ਮੰਨ ਲਓ ਮਿਸਤਰੀ ਮਾਹਰ ਹੈ ਨਾ, ਤਾਂ ਉਹਦਾ 75-25 ਸੀਗੇ। 75% ਸੈਂਟਰ, 25% ਸੂਬਾ ਜੀ, ਜਦੋਂ ਕਿ ਮਜ਼ਦੂਰੀ ਦੀ ਪੂਰੀ 100% ਕੇਂਦਰ। ਤੇ ਜੇ ਇਹਨੂੰ ਸਾਰੇ ਨੂੰ ਮਿਲਾ ਕੇ ਐਵਰੇਜ ਕੱਢਦੇ ਸੀ ਤਾਂ 90-10 ਬਣਦੀ ਸੀ ਜੀ, ਕਿ ਲਗਭਗ 90% ਕੁੱਲ ਯੋਜਨਾ ਦਾ ਕੇਂਦਰ ਕੋਲੋਂ ਆਉਂਦਾ ਸੀ, 10% ਸੂਬੇ ਨੇ ਪਾਉਣਾ ਹੁੰਦਾ ਸੀ। ਹੁਣ ਕਹਿੰਦੇ ਨਾ ਜੀ, ਜਿਹੜੇ ਪਹਾੜੀ ਖੇਤਰ ਖੁੱਤਰ ਨੇ ਉਹਨਾਂ 'ਚ ਤਾਂ ਅਸੀਂ ਰੱਖਾਂਗੇ ਪ੍ਰਕਿਰਿਆ 90-10 ਵਾਲੀ, ਪਰ ਆ ਪੰਜਾਬ, ਹਰਿਆਣਾ, ਰਾਜਸਥਾਨ, ਇਹਨਾਂ ਸੂਬਿਆਂ ਦੇ ਵਿੱਚ ਹੁਣ ਇਹ 60-40 ਦੀ ਹੋ ਗਈ। ਕੁੱਲ ਯੋਜਨਾ ਦਾ 60% ਕੇਂਦਰ ਦਊਗਾ, 40% ਪੰਜਾਬ, ਤੇ ਪੰਜਾਬ ਤੋਂ ਪੈਣੇ ਨਹੀਂ ਸਰਕਾਰ ਤੋਂ ਤੇ ਯੋਜਨਾ ਚੱਲਣੀ ਨਹੀਂ। ਫਿਰ ਇਸ ਲਈ ਉਲਝੇ ਰਹੋ ਨਾਮ ਦੇ ਉੱਤੇ, ਬਹਿਸਦੇ ਰਹੋ ਨਾਮ ਦੇ ਉੱਤੇ, ਤੇ ਸਥਿਤੀ ਤੁਹਾਡੇ ਸਾਹਮਣੇ ਹੈ। ਇਹ ਯੋਜਨਾ ਦਮ ਤੋੜੂਗੀ, ਅੱਜ ਨਹੀਂ ਤਾਂ ਕੱਲ ਨੂੰ ਨਹੀਂ ਤਾਂ ਪਰਸੋਂ ਨੂੰ। ਇਸ ਤਰੀਕਾ ਕਰਨ ਯੋਜਨਾ ਨੂੰ ਮਾਰਨ ਦੀ ਕਵਾਇਦ ਹੈ। ਤੇ ਫਿਰ ਕਹਿਣ ਨੂੰ ਇਹ ਹੋਊਗਾ ਜੀ ਕਿ ਦੇਖੋ ਜੀ, ਕੇਂਦਰ ਤਾਂ ਬਹੁਤ ਕੁਝ ਕਰਨਾ ਚਾਹੁੰਦਾ ਸੀ, ਤੁਹਾਡੀ ਸਰਕਾਰ ਨੇ ਸਾਥ ਨਹੀਂ ਦਿੱਤਾ, ਤਾਂ ਕਿ ਸੂਬਿਆਂ ਨੂੰ ਬਦਨਾਮ ਵੀ ਕੀਤਾ ਜਾਵੇ। ਹਾਂਜੀ ਬਿਲਕੁਲ, ਇਹ ਤਾਂ ਬਦਨਾਮੀ ਵਾਲਾ ਕੰਮ ਤਾਂ ਸਾਰਿਆਂ ਨਾਲੋਂ ਪਹਿਲਾਂ ਇਹਨਾਂ ਦੇ ਕੋਲੇ, ਹੋਰ ਤਾਂ ਕੰਮ ਕਰਨ, ਇਹ ਕੰਮ ਤਾਂ ਜ਼ਰੂਰ ਕਰ ਦਿੰਦੇ ਆ।